ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ PT1 ਦਾ ਰਿਜ਼ਲਟ ਤੁਹਾਡਾ ਬਹੁਤ ਹੀ ਵਧੀਆ ਰਿਹਾ। ਮੈਨੂੰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੋਈ ਹੈ। ਤੁਸੀਂ ਸਾਰਿਆਂ ਨੇ ਹੀ ਸਿੰਸੈਰਿਟੀ ਨਾਲ ਪੜ੍ਹਾਈ ਕੀਤੀ ਹੈ। ਬੇਟਾ ਤੁਹਾਡੇ ਮੰਮਾ ਨੇ, ਤੁਹਾਡੇ ਦਾਦੀ ਮੰਮਾ ਨੇ ਤੁਹਾਨੂੰ ਬਹੁਤ ਸਾਰੀਆਂ ਰਾਜਾ ਰਾਣੀ ਦੀਆਂ ਕਹਾਣੀਆਂ ਸੁਣਾਈਆਂ ਹੋਣਗੀਆਂ, ਪਰ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਲੱਗੀ ਹਾਂ ਇਹ ਤੁਹਾਡੀ ਪੰਜਾਬੀ ਦੀ ਕਿਤਾਬ ਪਾਠ 3 ਵਿੱਚ ਲਿਖੀ ਗਈ ਹੈ, ਜਿਸ ਦਾ ਨਾਮ ਹੈ ਰਾਜਾ ਤੇ ਨੌਜਵਾਨ। ਤੁਹਾਨੂੰ ਪਤਾ ਹੈ ਨੌਜਵਾਨ ਦਾ ਕੀ ਅਰਥ ਹੈ? ਨੌਜਵਾਨ ਦਾ ਅਰਥ ਹੈ ਜਵਾਨ ਲੜਕਾ। ਕੀ ਅਰਥ ਹੈ? ਜਵਾਨ ਲੜਕਾ। ਚਲੋ ਹੁਣ ਅੱਜ ਇਸ ਦੀ ਪੜ੍ਹਾਈ ਕਰਦੇ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਧਿਆਨ ਨਾਲ ਸੁਣੋਗੇ। ਇੱਕ ਰਾਜਾ ਸੀ। ਕੌਣ ਸੀ? ਇੱਕ ਰਾਜਾ ਸੀ। ਉਸ ਨੂੰ ਆਪਣੇ ਆਪ 'ਤੇ ਬਹੁਤ ਮਾਣ ਸੀ। ਇੱਕ ਰਾਜਾ ਸੀ, ਉਸ ਨੂੰ ਆਪਣੇ ਆਪ 'ਤੇ ਬਹੁਤ ਮਾਣ ਸੀ ਕਿਉਂਕਿ ਉਹ ਬਹੁਤ ਅਮੀਰ ਸੀ। ਉਸ ਨੂੰ ਆਪਣੇ ਆਪ 'ਤੇ ਬਹੁਤ ਮਾਣ ਸੀ। ਇੱਕ ਵਾਰ ਉਸ ਦੇ ਰਾਜ ਮਹਿਲ ਵਿੱਚ ਇੱਕ ਨੌਜਵਾਨ ਆਇਆ। ਕੌਣ ਆਇਆ? ਉਸ ਦੇ ਰਾਜ ਮਹਿਲ ਵਿੱਚ ਇੱਕ ਨੌਜਵਾਨ ਆਇਆ, ਇੱਕ ਜਵਾਨ ਲੜਕਾ ਆਇਆ। ਉਹ ਨੌਜਵਾਨ ਬਹੁਤ ਗਰੀਬ ਸੀ। ਰਾਜੇ ਨੇ ਉਸ ਨੌਜਵਾਨ ਦੀ ਹਾਲਤ ਵੇਖ ਕੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਇਸ ਨੂੰ ਰਾਜ ਮਹਿਲ ਵਿੱਚੋਂ ਬਾਹਰ ਕੱਢ ਦੇਣ। ਰਾਜੇ ਨੇ ਆਪਣੇ ਸਿਪਾਹੀਆਂ ਨੂੰ ਕੀ ਕਿਹਾ ਕਿ ਇਸ ਨੂੰ ਰਾਜ ਮਹਿਲ ਵਿੱਚੋਂ ਬਾਹਰ ਕੱਢ ਦੇਣ। ਸਿਪਾਹੀਆਂ ਨੇ ਨੌਜਵਾਨ ਦੀ ਕੋਈ ਗੱਲ ਨਾ ਸੁਣੀ। ਉਹਨਾਂ ਨੇ ਉਸ ਨੂੰ ਰਾਜ ਮਹਿਲ ਵਿੱਚੋਂ ਬਾਹਰ ਕੱਢ ਦਿੱਤਾ। ਕਿਸ ਨੂੰ ਬਾਹਰ ਕੱਢ ਦਿੱਤਾ? ਰਾਜੇ ਦੇ ਸਿਪਾਹੀਆਂ ਨੇ ਉਸ ਨੌਜਵਾਨ ਨੂੰ ਰਾਜ ਮਹਿਲ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤਰ੍ਹਾਂ ਕੁਝ ਦਿਨ ਬੀਤ ਗਏ। ਨੌਜਵਾਨ ਬਹੁਤ ਉਦਾਸ ਸੀ। ਕਿਉਂ ਉਦਾਸ ਸੀ? ਕਿਉਂਕਿ ਉਸ ਦੀ ਕੋਈ ਗੱਲ ਰਾਜੇ ਨੇ ਨਹੀਂ ਸੁਣੀ ਸੀ। ਉਹ ਰਾਜੇ ਕੋਲ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕੁਝ ਧਨ ਲੈਣ ਗਿਆ ਸੀ, ਪਰ ਰਾਜੇ ਨੇ ਉਸ ਦੀ ਇੱਕ ਨਾ ਸੁਣੀ। ਨੌਜਵਾਨ ਰੋਂਦਾ ਹੋਇਆ ਇੱਕ ਮੰਦਰ ਵਿੱਚ ਗਿਆ ਅਤੇ ਪਰਮਾਤਮਾ ਨੂੰ ਆਖਣ ਲੱਗਾ ਕਿ ਉਸ ਦੀ ਸਹਾਇਤਾ ਕਰੇ। ਜਦੋਂ ਰਾਜੇ ਨੇ ਉਸ ਨੌਜਵਾਨ ਦੀ ਕੋਈ ਗੱਲ ਨਾ ਸੁਣੀ ਤਾਂ ਬਹੁਤ ਉਦਾਸ ਹੋ ਗਿਆ ਸੀ ਅਤੇ ਫਿਰ ਕੀ ਹੋਇਆ? ਉਹ ਇੱਕ ਮੰਦਰ ਗਿਆ। ਉਸਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੇਰੀ ਮਦਦ ਕਰੋ। ਕੁਝ ਦਿਨ ਬਾਅਦ ਨੌਜਵਾਨ ਨੇ ਆਪਣੀ ਜ਼ਮੀਨ ਨੂੰ ਖੋਦਣਾ ਸ਼ੁਰੂ ਕੀਤਾ। ਨੌਜਵਾਨ ਨੇ ਕੀ ਕੀਤਾ? ਆਪਣੀ ਜ਼ਮੀਨ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਖੋਦਣਾ ਹੁੰਦਾ ਪੁੱਟਣਾ। ਤੁਸੀਂ ਦੇਖ ਰਹੇ ਹੋ ਨਾ ਇਸ ਤਸਵੀਰ ਵਿੱਚ ਲੜਕੇ ਨੇ ਕੀ ਕੀਤਾ? ਜ਼ਮੀਨ ਨੂੰ ਪੁੱਟਣਾ ਸ਼ੁਰੂ ਕੀਤਾ। ਆਪਣੀ ਜ਼ਮੀਨ ਖੋਦ ਰਿਹਾ ਸੀ ਤਾਂ ਉਸ ਨੂੰ ਇੱਕ ਕੁੱਜਾ ਮਿਲਿਆ। ਜਦੋਂ ਉਹ ਜ਼ਮੀਨ ਨੂੰ ਖੋਦ ਰਿਹਾ ਸੀ ਤਾਂ ਉਸ ਨੂੰ ਇੱਕ ਕੁੱਜਾ ਮਿਲਿਆ। ਕੁੱਜਾ ਹੁੰਦਾ ਇੱਕ ਮਿੱਟੀ ਦਾ ਬਰਤਨ ਮਿਲਿਆ। ਕੁੱਜੇ ਵਿੱਚ ਬਹੁਤ ਸਾਰਾ ਧਨ ਤੇ ਗਹਿਣੇ ਸਨ। ਕੁੱਜੇ ਵਿੱਚ ਕੀ ਸੀ? ਬਹੁਤ ਸਾਰੇ ਧਨ ਹੁੰਦਾ ਪੈਸੇ, ਅਤੇ ਕੀ ਸੀ? ਧਨ ਤੇ ਗਹਿਣੇ ਸਨ। ਨੌਜਵਾਨ ਇਹ ਵੇਖ ਕੇ ਬਹੁਤ ਖੁਸ਼ ਹੋਇਆ। ਉਸ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਨੌਜਵਾਨ ਨੇ ਕੀ ਕੀਤਾ? ਜਦੋਂ ਉਹਨੂੰ ਬਹੁਤ ਸਾਰਾ ਧਨ ਮਿਲ ਗਿਆ, ਬਹੁਤ ਸਾਰੇ ਗਹਿਣੇ ਮਿਲ ਗਏ, ਤਾਂ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਸ਼ੁਕਰਾਨਾ ਕੀ ਹੁੰਦਾ? ਧੰਨਵਾਦ ਕੀਤਾ। ਹੁਣ ਨੌਜਵਾਨ ਰਾਜੇ ਤੋਂ ਵੀ ਜ਼ਿਆਦਾ ਅਮੀਰ ਹੋ ਗਿਆ ਸੀ। ਕੀ ਹੋ ਗਿਆ ਸੀ? ਹੁਣ ਨੌਜਵਾਨ ਰਾਜੇ ਤੋਂ ਵੀ ਜ਼ਿਆਦਾ ਅਮੀਰ ਹੋ ਗਿਆ ਸੀ। ਉੱਧਰ ਰਾਜਾ ਬਹੁਤ ਹੀ ਬਿਮਾਰ ਹੋ ਗਿਆ। ਨੌਜਵਾਨ ਤਾਂ ਅਮੀਰ ਹੋ ਗਿਆ, ਪਰ ਉੱਧਰ ਕੀ ਸੀ? ਜਿਹੜਾ ਰਾਜਾ ਸੀ, ਜਿਸ ਨੇ ਨੌਜਵਾਨ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਸੀ ਅਤੇ ਉਹਦੀ ਗੱਲ ਨਹੀਂ ਸੀ ਸੁਣੀ, ਉਹ ਬਹੁਤ ਕੀ ਹੋ ਗਿਆ? ਬਿਮਾਰ ਹੋ ਗਿਆ ਸੀ। ਉਸ ਦੇ ਇਲਾਜ ਵਿੱਚ ਸਾਰਾ ਧਨ ਲੱਗ ਗਿਆ। ਉਸ ਦਾ ਰਾਜ ਮਹਿਲ ਵੀ ਵਿਕ ਗਿਆ। ਉਹ ਇੰਨਾ ਬਿਮਾਰ ਹੋ ਗਿਆ ਸੀ ਕਿ ਸਾਰਾ ਪੈਸਾ ਉਸ ਦਾ ਇਲਾਜ ਵਿੱਚ ਲੱਗ ਗਿਆ ਸੀ। ਰਾਜੇ ਨੂੰ ਆਪਣੇ ਇਲਾਜ ਲਈ ਕੁਝ ਧਨ ਦੀ ਲੋੜ ਸੀ। ਹੁਣ ਰਾਜੇ ਨੂੰ ਪੈਸੇ ਦੀ ਲੋੜ ਪਈ। ਫਿਰ ਉਸਨੇ ਕੀ ਕੀਤਾ? ਉਹ ਉਸ ਨੌਜਵਾਨ ਦੇ ਮਹਿਲ ਵਿੱਚ ਗਿਆ। ਜਦ ਉਹ ਮਹਿਲ ਦੇ ਅੰਦਰ ਵੜਿਆ ਤਾਂ ਰਾਜੇ ਦੀ ਹਾਲਤ ਤਰਸਯੋਗ ਸੀ। ਜਦੋਂ ਉਹ ਰਾਜਾ ਨੌਜਵਾਨ ਦੇ ਮਹਿਲ ਦੇ ਅੰਦਰ ਗਿਆ
ਤਾਂ ਉਸਨੇ ਨੌਜਵਾਨ ਨੇ ਕੀ ਦੇਖਿਆ ਕਿ ਉਸ ਦੀ ਹਾਲਤ ਬਹੁਤ ਖਰਾਬ ਸੀ, ਉਸ ਦੀ ਹਾਲਤ ਬੜੀ ਤਰਸਯੋਗ ਸੀ। ਰਾਜੇ ਨੇ ਨੌਜਵਾਨ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਮਾफ़ ਕਰ ਦੇਵੇ, ਪਰ ਨੌਜਵਾਨ ਨੂੰ ਰਾਜੇ ਨਾਲ ਕੋਈ ਗਿਲਾ ਨਹੀਂ ਸੀ। ਗਿਲਾ ਕੀ ਹੁੰਦਾ? ਕੋਈ ਸ਼ਿਕਾਇਤ ਨਹੀਂ ਸੀ। ਨੌਜਵਾਨ ਨੂੰ ਰਾਜੇ ਨਾਲ ਕੋਈ ਸ਼ਿਕਾਇਤ ਨਹੀਂ ਸੀ। ਨੌਜਵਾਨ ਨੇ ਰਾਜੇ ਦਾ ਬਹੁਤ ਸਤਿਕਾਰ ਕੀਤਾ। ਉਸਨੂੰ ਉਸਦੇ ਨਾਲ ਕੋਈ ਸ਼ਿਕਾਇਤ ਨਹੀਂ ਸੀ, ਬਲਕਿ ਉਸਨੇ ਰਾਜੇ ਦਾ ਬਹੁਤ ਸਤਿਕਾਰ ਕੀਤਾ। ਸੋ ਬੇਟਾ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖ 'ਤੇ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਹਨ। ਸਾਨੂੰ ਆਪਣੇ ਵੱਡੇ ਹੋਣ ਦਾ ਮਾਣ ਕਦੇ ਨਹੀਂ ਕਰਨਾ ਚਾਹੀਦਾ। ਸਾਨੂੰ ਪਰਮਾਤਮਾ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਥੈਂਕ ਯੂ।